ਪ੍ਰੈਸ ਕਾਨਫਰੰਸ ਰੱਖੀ ਹੈ, ਕੀ ਹੈਗਾ ਜਿਸ ਤਰ੍ਹਾਂ ਟਰਾਂਸਪੋਰਟਰ ਜਿਹੜੇ ਹੈਗੇ ਸਾਰੇ ਜੀ ਸਾ ਦੁਖੀ ਤੇ ਉਹ ਬਹੁਤ ਜ਼ਿਆਦਾ ਨੇ, ਕਿਉਂਕਿ ਸਾ ਜਿਹੜੀ ਸਾ ਜੋ ਗੌਰਮੈਂਟ ਦੀਆਂ ਪਾਲਿਸੀਆਂ ਨੇ ਉਹ ਗਲਤ ਪਾਲਿਸੀਆਂ ਕਰਕੇ ਸਾਰਾ ਕੁਛ ਉਹ ਚੱਲਿਆ ਵਾ। ਤੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਡੀਆਂ ਸਮੱਸਿਆ ਦਾ ਹੱਲ ਕਰਾਂਗੇ, ਪਰ ਸਰਕਾਰ ਨੇ ਕੋਈ ਨਹੀਂ ਕੀਤੀਆਂ ਜੀ, ਸਾਨੂੰ ਦੁਖੀ ਕਰ ਦਿੱਤਾ ਜੀ। ਤੇ ਸਾਰੇ ਪੰਜਾਬ ਦੇ ਮੈਂ ਸੈਕਟਰੀ ਪੰਜਾਬ ਮੋਟਰ ਯੂਨੀਅਨ ਪੰਜਾਬ ਦਾ ਜਿਹੜੇ ਆਪਰੇਟਰਾਂ ਦੀ ਸੰਸਥਾ ਹੈ ਉਹ ਮੈਂ ਆਪਾਂ ਉਹਨਾਂ ਨੂੰ ਕਿਹਾ ਸੀ ਸਰਕਾਰ ਨੂੰ ਵੀ ਇਹਨਾਂ ਦਾ ਹੱਲ ਕਰੋ, ਪਰ ਸਰਕਾਰ ਨੇ ਹੱਲ ਨਹੀਂ ਕੀਤਾ। ਤੇ ਜੇ ਹੁਣ ਨਹੀਂ ਕੀਤਾ ਤੇ ਅਸੀਂ ਹੁਣ ਵੀ ਸਰਕਾਰ ਨੂੰ ਬੇਨਤੀ ਕਰਕੇ ਤੇ ਇਹਨਾਂ ਦਾ ਜਿਹੜਾ ਹੈਗਾ ਵਾ ਘਿਰਾਓ ਕਰਾਂਗੇ ਤੇ ਨਾਲ ਦੱਸਾਂ ਬੰਦ ਕਰ ਦਾਂਗੇ। ਸਰਕਾਰ ਤਾਂ ਹੁਣ ਵੀ ਬਣੀ, ਤੁਸੀਂ ਮਿਲਿਓ ਕਿਸੇ ਨੁਮਾਇੰਦੇ ਨੂੰ ਆਮ ਆਦਮੀ ਪਾਰਟੀ ਦੀ? ਨਹੀਂ, ਆਮ ਆਦਮੀ ਪਾਰਟੀ ਅਮਰ ਅਰੋੜਾ ਜੀ ਨੂੰ ਗੱਲ ਹੋਈ ਸੀ, ਕੱਲ੍ਹ ਗੱਲ ਹੋਈ ਸੀ ਜੀ, ਹੁਣ ਉਹਦੇ ਬਾਅਦ ਆਪਾਂ ਗੱਲ ਕਰਾਂਗੇ ਜੀ। ਧੰਨਵਾਦ ਜੀ। ਅੱਜ ਪ੍ਰੈਸ ਕਾਨਫਰੰਸ ਕਿਸ ਮੁੱਦੇ ਤੇ ਹੈਗੀ ਹੈ, ਕੌਣ ਹੈ? ਅਸੀਂ ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਰੇ ਹੀ ਜਿਹੜੇ ਪ੍ਰਧਾਨ ਸਾਹਿਬਾਨ ਔਰ ਮੌਜੂਦ ਜਿਹੜੇ ਟਰਾਂਸਪੋਰਟਰ ਨੇ ਸਾਰੇ ਹੀ ਅਸੀਂ ਇਕੱਤਰ ਹੋਏ ਹਾਂ ਪਟਿਆਲਾ ਵਿਖੇ। ਸਾਡਾ ਇੱਥੇ ਮੀਟਿੰਗ ਰੱਖਣ ਦਾ ਜਾਂ ਇਕੱਤਰਤਾ ਹੋਣ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਸਾਡੇ ਪਟਿਆਲਾ ਰੀਜਨ ਦੇ ਆਰਟੀਏ ਵੱਲੋਂ ਔਰ ਜਲੰਧਰ ਦੇ ਰੀਜਨ ਦੇ ਜਿਹੜੇ ਆਰਟੀਏ ਵੱਲੋਂ ਨਜਾਇਜ਼ ਜਿਹੜੇ ਟਰਾਂਸਪੋਰਟਰਾਂ ਦੇ ਟਾਈਮ ਟੇਬਲ ਦੇ ਵਿੱਚੋਂ ਟਾਈਮ ਕੱਟ ਕੇ ਉਹਨਾਂ ਦੇ ਕੱਢ ਕੇ ਪੀਆਰਟੀਸੀ ਦੀ ਸਹਿਮਤੀ ਨਾਲ ਪੀਆਰਟੀਸੀ ਨਾਲ ਐਡਜਸਟਮੈਂਟ ਕਰਕੇ ਜਿਹੜੇ ਟਾਈਮ ਬਣਾਏ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਪ੍ਰਾਈਵੇਟਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਔਰ ਇੱਕ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਸਾਡੇ ਟਾਈਮ ਕਿਉਂ ਕੱਟੇ ਤਾਂ ਉਹ ਕਹਿੰਦੇ ਨੇ ਕਿ ਇਹ ਮਾਣਯੋਗ ਹਾਈ ਕੋਰਟ ਦਾ ਆਰਡਰ ਹੈ, ਜਦੋਂ ਕਿ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਆਹ ਜਿਹੜੀ ਇੱਕ ਫਾਈਲ ਕੀਤੀ ਹੈ ਕੰਪਲੇਂਟ ਇਹ CWP ਨੰਬਰ 4326 ਇਹ ਨਿਊ ਦੀਪ ਬੱਸ ਵੱਲੋਂ ਕੀਤੀ ਗਈ ਸੀ। ਔਰ ਇਹਦੇ ਅਗੇਂਸਟ ਮਾਣਯੋਗ ਹਾਈ ਕੋਰਟ ਨੇ ਇੱਕ ਆਰਡਰ ਕੀਤਾ ਕਿ ਇਹਨਾਂ ਦੇ ਜਿਹੜੇ ਟਾਈਮ ਨੇ ਟੇਬਲ ਦੇ ਵਿੱਚੋਂ 4 ਟਾਈਮ ਟੇਬਲਾਂ ਦੇ ਵਿੱਚੋਂ ਉਹਨਾਂ ਦੇ ਇਹਦੇ ਵਿੱਚ ਨਾਮ ਨੇ ਕਿ ਉਹ ਪਾਏ ਜਾਣ ਜਾਂ ਉਹ ਪ੍ਰੋਵੀਜ਼ਨਲ ਤੌਰ ਤੇ ਉਹਨਾਂ ਨੂੰ ਉਹਨਾਂ ਦਾ ਟਾਈਮ ਟੇਬਲ ਦਿੱਤਾ ਜਾਵੇ, ਨਾ ਕਿ ਇਹ ਜਰਨਲ ਰਿਟ ਹੈ। ਇਹਦੇ 'ਚ ਹੋਰ ਕਿਸੇ ਪਬਲਿਕ ਨੂੰ ਕੋਈ ਹਰਾਸਮੈਂਟ ਕਰਨ ਲਈ ਕੋਈ ਗੱਲਬਾਤ ਨਹੀਂ। ਔਰ ਇਹਨਾਂ ਨੇ ਜਿਹੜਾ ਲਿਖਤਾ ਆਰਟੀ ਪਟਿਆਲਾ ਨੇ ਕਿ ਜੀ ਪਾਸਿੰਗ ਜ਼ਰੂਰੀ ਹੈ, ਇੰਸ਼ੋਰੈਂਸ ਜ਼ਰੂਰੀ ਹੈ, ਪੋਲਿਊਸ਼ਨ ਜ਼ਰੂਰੀ ਹੈ, ਐਸੀ ਕੋਈ ਗੱਲ ਵੀ ਸਾਡੇ ਮਾਣਯੋਗ ਹਾਈ ਕੋਰਟ ਨੇ ਨਹੀਂ ਲਿਖੀ। ਔਰ ਨਾ ਹੀ ਉਹਨਾਂ ਨੇ ਕੋਈ ਇਹ ਜਰਨਲ ਰਿਟ ਹੈ ਕਿ ਸਾਰੇ ਲੋਕਾਂ ਲਈ ਕੀਤੀ ਹੈ, ਸਿਰਫ ਨਿਊ ਦੀਪ ਲਈ ਕੀਤੀ ਹੈ। ਪਰੰਤੂ ਜਿਹੜੀ PRTC ਆਰਟੀਏ ਪਟਿਆਲਾ ਨਾਲ ਜਾਂ ਆਰਟੀ ਜਲੰਧਰ ਨਾਲ ਰਲ ਕੇ ਆਪਣੀ ਮਿਲੀ ਭੁਗਤ ਕਰਕੇ ਸਾਡੇ ਸਾਰੇ ਹੀ ਟਰਾਂਸਪੋਰਟਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ। ਇਹ ਹੁਣ ਤੋਂ ਨਹੀਂ, ਇਹ ਪਹਿਲਾਂ ਤੋਂ ਹੀ ਜਦੋਂ ਪਹਿਲਾਂ ਰਾਜਾ ਵੜਿੰਗ ਨੇ ਸਾਡੇ ਜਿਹੜੇ ਟਾਈਮ ਟੇਬਲ 'ਚੋਂ ਟਾਈਮ ਕੱਢੇ ਉਹਦੇ ਅਗੇਂਸਟ ਇਹ ਨਿਊ ਦੀਪ ਵਾਲੇ ਗਏ ਨੇ ਤੇ ਪਰ ਉਹਦੇ 'ਚ ਜਿਹੜਾ ਨੁਕਸਾਨ ਹੈ ਨਾ ਉਹ ਔਰਬਿਟ ਦਾ ਹੋਇਆ ਨਾ ਨਿਊ ਦੀਪ ਦਾ ਹੋਇਆ। ਜਿਹੜੇ ਸਾਡੇ ਛੋਟੇ ਟਰਾਂਸਪੋਰਟ ਨੇ ਆਮ ਸਾਡੇ ਜਿਹੜੇ ਟਰਾਂਸਪੋਰਟ ਨੇ ਸਭ ਦਾ ਨੁਕਸਾਨ ਹੋ ਰਿਹਾ। ਔਰ ਇਹ ਜਾਣ ਬੁੱਝ ਕੇ ਜਿਹੜੀ ਇਹ ਸਿਆਸਤ ਕੀਤੀ ਜਾ ਰਹੀ ਹੈ। ਸਾਡੀ ਜਿਹੜੀ ਆਉਣ ਵਾਲੀ ਸਰਕਾਰ ਹੈ ਅਸੀਂ ਉਹਨਾਂ ਨੂੰ ਇਹ ਜਿਹੜੀ ਉਹਨਾਂ ਅੱਗੇ ਮੰਗ ਰੱਖਦੇ ਹਾਂ ਕਿ ਇਹ ਜਾਣ ਬੁੱਝ ਕੇ ਬਦਨਾਮੀ ਦੇ ਰਾਹ 'ਤੇ ਇਹ ਤੋਰਿਆ ਜਾ ਰਿਹਾ ਸਿਸਟਮ ਨੂੰ ਕਿ ਟਰਾਂਸਪੋਰਟਰ ਜਿਹੜੇ ਰੌਲਾ ਪਾਉਣ ਸਾਰਿਆਂ ਦੇ ਟਾਈਮ ਟੇਬਲ 'ਚੋਂ ਟਾਈਮ ਕੱਢ ਦਿੱਤੇ ਜਾਣ। ਇਕੱਲੀ ਔਰਬਿਟ ਦੇ ਟਾਈਮ ਇਹਦੇ ਵਿੱਚ ਪਾਏ ਜਾ ਰਹੇ ਨੇ ਨਵੇਂ ਟਾਈਮ ਟੇਬਲ ਦੇ ਵਿੱਚ, ਜਾਂ ਨਿਊ ਦੀਪ ਦੇ ਪਾਏ ਜਾ ਰਹੇ ਨੇ, ਜੁਝਾਰ ਦੇ ਪਾਏ ਜਾ ਰਹੇ ਨੇ। ਜੋ ਬਾਕੀ ਸਾਰੇ ਟਰਾਂਸਪੋਰਟਰਾਂ ਨੂੰ ਇਹਨਾਂ ਨੇ ਡਿਫਾਲਟਰ ਕਰਾਰ ਦੇ ਕੇ ਉਹਨਾਂ ਨੂੰ ਪਰਾਂ ਕੀਤਾ ਜਾ ਰਿਹਾ। ਔਰ ਜਿਹੜਾ ਟਰਾਂਸਪੋਰਟਰ ਟੈਕਸ ਨਹੀਂ ਭਰ ਸਕਿਆ ਇਹਦੇ ਬਾਰੇ ਕੋਈ ਨਹੀਂ ਸੋਚ ਰਿਹਾ। ਪਹਿਲਾਂ ਜਿਹੜਾ ਕਰੋਨਾ ਚੱਲ ਰਿਹਾ ਸੀ, ਡਿਊ ਟੂ ਕਰੋਨਾ ਚੱਲਦੇ ਸਮੇਂ ਸਾਰੇ ਹੀ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਨੇ ਪਹਿਲਾਂ ਕੈਪਟਨ ਸਰਕਾਰ ਨੂੰ, ਉਸ ਤੋਂ ਬਾਅਦ ਰਾਜਾ ਵੜਿੰਗ ਜੀ ਨੂੰ ਉਹ ਮਿਲ ਕੇ ਸਾਰਿਆਂ ਨੇ ਕਿਹਾ ਕਿ ਅਸੀਂ ਕਰੋਨਾ ਦੇ ਵਿੱਚ ਸਾਡੀਆਂ ਬੱਸਿਸ ਖੜੀਆਂ ਰਹੀਆਂ ਨੇ, ਇਸ ਕਰਕੇ ਅਸੀਂ ਟੈਕਸ ਨਹੀਂ ਭਰ ਸਕਦੇ। ਔਰ ਸਾਨੂੰ ਕੈਪਟਨ ਸਾਹਿਬ ਨੇ ਵੀ ਪਹਿਲਾਂ ਵਿਸ਼ਵਾਸ ਦਿਵਾਇਆ ਸੀ 31/3/2022 ਤੱਕ ਕਿ ਸਾਰਿਆਂ ਦੇ ਟੈਕਸ ਮਾਫ ਹੋਣਗੇ, ਕਿਉਂਕਿ ਗੱਡੀ ਕੋਈ ਚੱਲ ਗਈ ਕੋਈ ਨਾ ਚੱਲ ਗਈ। ਔਰ 50% ਜਿਹੜੀਆਂ ਸਵਾਰੀਆਂ ਲੈ ਕੇ ਚੱਲਣ ਦਾ ਆਰਡਰ ਕੀਤਾ ਥੋੜ੍ਹੇ ਸਮੇਂ ਲਈ, ਉਸ ਦੇ ਤਹਿਤ ਕੋਈ ਪੈਸਾ ਨਹੀਂ ਬਣਿਆ ਔਰ ਗੱਡੀਆਂ ਬੰਦੇ ਦੀਆਂ ਖੜੀਆਂ ਰਹੀਆਂ। ਉਹਨਾਂ ਚੱਲਦੇ ਸਮੇਂ ਸਾਰੇ ਹੀ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਨੇ ਪਹਿਲਾਂ ਕੈਪਟਨ ਸਰਕਾਰ ਨੂੰ, ਉਸ ਤੋਂ ਬਾਅਦ ਰਾਜਾ ਵੜਿੰਗ ਜੀ ਨੂੰ ਉਹ ਮਿਲ ਕੇ ਸਾਰਿਆਂ ਨੇ ਕਿਹਾ ਕਿ ਅਸੀਂ ਕਰੋਨਾ ਦੇ ਵਿੱਚ ਸਾਡੀਆਂ ਬੱਸਿਸ ਖੜੀਆਂ ਰਹੀਆਂ ਨੇ, ਇਸ ਕਰਕੇ ਅਸੀਂ ਟੈਕਸ ਨਹੀਂ ਭਰ ਸਕਦੇ। ਔਰ ਸਾਨੂੰ ਕੈਪਟਨ ਸਾਹਿਬ ਨੇ ਵੀ ਪਹਿਲਾਂ ਵਿਸ਼ਵਾਸ ਦਿਵਾਇਆ ਸੀ 31/3/2022 ਤੱਕ ਕਿ ਸਾਰਿਆਂ ਦੇ ਟੈਕਸ ਮਾਫ ਹੋਣਗੇ, ਕਿਉਂਕਿ ਗੱਡੀ ਕੋਈ ਚੱਲ ਗਈ ਕੋਈ ਨਾ ਚੱਲ ਗਈ। ਔਰ 50% ਜਿਹੜੀਆਂ ਸਵਾਰੀਆਂ ਲੈ ਕੇ ਚੱਲਣ ਦਾ ਆਰਡਰ ਕੀਤਾ ਥੋੜ੍ਹੇ ਸਮੇਂ ਲਈ, ਉਸ ਦੇ ਤਹਿਤ ਕੋਈ ਪੈਸਾ ਨਹੀਂ ਬਣਿਆ ਔਰ ਗੱਡੀਆਂ ਬੰਦੇ ਦੀਆਂ ਖੜੀਆਂ ਰਹੀਆਂ। ਉਹ ਸਾਰਾ ਟੈਕਸ ਇਕੱਠਾ ਕਰਕੇ ਇਹਨਾਂ ਨੇ ਸਾਡੇ ਸਿਰ ਤੇ ਥੋਪਿਆ। ਅਸੀਂ ਚਾਹੁੰਦੇ ਕਿ ਉਹ ਸਾਰਾ ਟੈਕਸ ਮਾਫ ਕੀਤਾ ਜਾਵੇ ਔਰ ਜਿਹੜਾ ਟਾਈਮ ਟੇਬਲ ਹੈ ਟਾਈਮ ਟੇਬਲ ਦੇ ਵਿੱਚੋਂ ਕੋਈ ਵੀ ਬੱਸ ਕੱਢੀ ਨਾ ਜਾਵੇ, ਚਾਹੇ ਉਹਦੀ ਪਾਸਿੰਗ ਹੈ ਚਾਹੇ ਨਹੀਂ ਹੈ। ਉਹ ਪਾਸਿੰਗਾਂ ਸਰਕਾਰ ਨੇ ਕਰਨੀਆਂ ਨੇ, ਸਰਕਾਰ ਨੇ ਬਣਾਉਣੀਆਂ ਨੇ। ਇਨ ਟਾਈਮ ਬੰਦਿਆਂ ਨੇ ਆਪਣੀਆਂ ਫੀਸਾਂ ਵਗੈਰਾ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਨੇ, ਉਹ ਪਾਸ ਇਹਨਾਂ ਨੇ ਕਰਨੀਆਂ ਨੇ, ਨਹੀਂ ਕੀਤੀਆਂ ਤਾਂ ਇਹਨਾਂ ਦੀ ਗਲਤੀ ਹੈ। ਉਹ ਸਾਡੀਆਂ ਗੱਡੀਆਂ ਦੀ ਪਾਸਿੰਗ ਕੀਤੀ ਜਾਵੇ ਔਰ ਸਾਡੇ ਜਿਹੜੇ ਹੈਗਾ ਟੈਕਸ ਮਾਫ ਕੀਤੇ ਜਾਣ ਔਰ ਟਾਈਮ ਟੇਬਲ ਜਿਵੇਂ ਦਾ ਹੈਗਾ ਤਿਵੇਂ ਦਾ ਤਿਵੇਂ ਹੀ ਰਹੇ। ਜੇ ਕੋਈ ਹੋਰ ਮਾਣਯੋਗ ਹਾਈ ਕੋਰਟ ਵੱਲੋਂ ਕੋਈ ਡਾਇਰੈਕਸ਼ਨ ਹੋਈ ਹੈ ਕਿਸੇ ਟਾਈਮ ਟੇਬਲ ਕੱਟਣ ਵੱਢਣ ਦੀ ਤਾਂ ਓਨਾ ਹੀ ਕੰਮ ਕੀਤਾ ਜਾਵੇ, ਨਾ ਕਿ ਸਾਰੇ ਪੰਜਾਬ ਦੇ ਵਿੱਚ ਖਲਬਲੀ ਮਚਾਈ ਜਾਵੇ। ਇਹ ਸਾਰਾ ਆਮ ਪਾਰਟੀ ਨੂੰ ਬਦਨਾਮ ਕਰਨ ਦੀਆਂ ਗੱਲਾਂ ਨੇ, ਸਾਡੇ ਭਗਵੰਤ ਮਾਨ ਜੀ ਨੂੰ ਬਦਨਾਮ ਕਰਨ ਦੀਆਂ ਗੱਲਾਂ ਨੇ। ਅਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਤੋਂ
ਔਰ ਅਸੀਂ ਸ੍ਰੀ ਭਗਵੰਤ ਮਾਨ ਜੀ ਸਾਡੇ ਜੋ ਸੀਐਮ ਬਣ ਜਾ ਰਹੇ ਨੇ ਉਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਟਰਾਂਸਪੋਰਟਰਾਂ ਦੀ ਕਿਸੇ ਨੇ ਨਹੀਂ ਸੁਣੀ ਔਰ ਅੱਜ ਇਹ ਯੁੱਗ ਪਲਟਾਊ ਕੰਮ ਹੋਇਆ। ਲੋਕਾਂ ਨੇ ਸਾਰਾ ਫਤਵਾ ਆਮ ਪਾਰਟੀ ਦੇ ਹੱਕ 'ਚ ਦਿੱਤਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਟਰਾਂਸਪੋਰਟਰਾਂ ਦੀ ਮੰਗ ਹੈ ਸਮੂਹ ਪੰਜਾਬ ਦਿਆਂ ਦੀ, ਚਾਹੇ ਉਹ ਪਟਿਆਲਾ ਰੀਜਨ ਹੈ, ਚਾਹੇ ਜਲੰਧਰ ਰੀਜਨ ਹੈ, ਚਾਹੇ ਉਹ ਬਠਿੰਡਾ ਰੀਜਨ ਹੈ, ਸਾਰੇ ਪੰਜਾਬ ਦੇ ਟਰਾਂਸਪੋਰਟਰ ਜਿਹੜੇ ਅੱਜ ਨੇ ਮੌਤ ਦੇ ਕਿਨਾਰੇ ਤੇ ਆ ਚੁੱਕੇ ਨੇ, ਭੁੱਖਮਰੀ ਦੇ ਕਿਨਾਰੇ ਤੇ ਆ ਚੁੱਕੇ ਨੇ, ਸਾਰਿਆਂ ਦੀਆਂ 70% ਬੱਸਿਸ ਖੜੀਆਂ ਨੇ, ਕੋਈ ਟੈਕਸ ਭਰਨ ਦੇ ਸਮਰਥ ਨਹੀਂ। ਇਹਨੂੰ ਤੁਰੰਤ ਜਿਹੜਾ ਸ਼ਿਵਾ ਪ੍ਰਸ਼ਾਦ ਸੈਕਟਰੀ ਟਰਾਂਸਪੋਰਟ ਹੈ ਉਹਦੀ ਮਿਲੀ ਭੁਗਤ ਵੀ ਸਾਰੀ ਵਿੱਚ ਹੈ, ਚਾਹੇ ਉਹ ਬਾਦਲਾਂ ਨਾਲ ਲਾ ਲਓ, ਕਿਸੇ ਨਾਲ ਲਾ ਲਓ, ਕਿਉਂਕਿ 10 ਤਰੀਕ ਤੱਕ ਚੋਣ ਜਾਬਤਾ ਰਿਹਾ। 10 ਤੋਂ ਬਾਅਦ 11 ਨੂੰ ਇੱਕੋ ਲੱਖ ਦਾ ਜਿਹੜਾ ਇਹ ਟਾਈਮ ਟੇਬਲ ਇੱਕ ਬਹਾਨਾ ਲਾ ਕੇ ਨਿਊਦੀਪ ਦਾ ਇਹ ਛੇੜਿਆ ਗਿਆ ਕਿ ਕੋਰਟ ਦੇ ਵੱਲੋਂ ਆਰਡਰ ਨੇ। ਕੋਰਟ ਨੇ ਕਿਸੇ ਨੂੰ ਨਹੀਂ ਕਿਹਾ, ਸਿਰਫ 4 ਟਾਈਮ ਟੇਬਲਾਂ ਵਾਸਤੇ ਕਿਹਾ ਔਰ ਜਿਹੜੀ ਮਾਨਯੋਗ ਕੋਰਟ ਹੈ ਉਹਨੇ ਸਾਨੂੰ ਇਹ ਜਿਹੜਾ ਆਰਟੀਏ ਨੂੰ ਵਿਦਿਨ 6 ਵੀਕ ਦੇ ਵਿੱਚ 42 ਦਿਨ 'ਚ ਫੈਸਲਾ ਕਰਨ ਲਈ ਕਿਹਾ, ਪਰ ਇਹਨਾਂ ਨੇ ਹੁਣੀ ਜਿਹੜਾ ਹੈ ਇੱਕ ਹੜਕੰਪ ਪੈਦਾ ਕਰਤਾ। 2 ਦਿਨ 'ਚ ਰਾਤ ਨੂੰ 11 ਵਜੇ ਤੱਕ ਬੈਠ ਕੇ ਇਹ ਟਾਈਮ ਟੇਬਲ ਦੇ ਵਿੱਚੋਂ ਲੋਕਾਂ ਦੇ ਟਾਈਮ ਕੱਢ ਰਹੇ ਨੇ। ਇੱਕ ਰੌਲਾ ਪੈ ਜੇ ਕਿ ਨਵੀਂ ਸਰਕਾਰ ਆਈ ਉਹਨੂੰ ਬਦਨਾਮ ਕਰ ਦਈਏ ਕਿ ਟਰਾਂਸਪੋਰਟਰ ਜਿਹੜੇ ਬਹੁਤ ਦੁਖੀ ਕਰਤੇ। ਤੇ ਅਸੀਂ ਸਾਰੇ ਜਿਹੜੇ ਇਹ ਡਿਮਾਂਡ ਕਰਦੇ ਆ ਕਿ ਸੇਵਾ ਪ੍ਰਸਾਦ ਨੂੰ ਜਾਂ ਜਿਹੜੇ ਵੀ ਸੈਕਟਰੀ ਇਹਨੂੰ ਰੂਲ ਨੂੰ ਫੋਲੋ ਕਰ ਰਹੇ ਨੇ ਉਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਬਰਖਾਸਤ ਕੀਤਾ ਜਾਵੇ ਔਰ ਸਾਡੇ ਸਾਰੇ ਟਰਾਂਸਪੋਰਟਰਾਂ ਨਾਲ ਮੀਟਿੰਗ ਕਰਕੇ ਆਉਣ ਵਾਲੀ ਸਰਕਾਰ ਟਰਾਂਸਪੋਰਟ ਜਿਹੜਾ ਮਿਨਿਸਟਰ ਹੈ ਅਸੀਂ ਉਹਨਾਂ ਮੀਟਿੰਗ ਕਰੀਏ ਔਰ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਅੱਛਾ ਕੰਮ ਕਰਨ ਦੀ ਇੱਕ ਨਵੀਂ ਪਾਲਿਸੀ ਤਿਆਰ ਕੀਤੀ ਜਾਵੇ। ਸਾਰੇ ਟਰਾਂਸਪੋਰਟਰ ਅੱਜ ਇਸ ਤਹਿਤ ਇਕੱਠੇ ਹੋਏ ਆ ਕਿ ਕੋਈ ਵੀ ਟਾਈਮ ਟੇਬਲ ਨਾ ਬਣਾਇਆ ਜਾਵੇ ਜਦੋਂ ਤੱਕ ਨਵੀਂ ਸਰਕਾਰ ਆਪਣਾ ਕੰਮਕਾਜ ਨਹੀਂ ਸਾਂਭਦੀ। ਜਦੋਂ ਸਾਂਭੂਗੀ ਉਹ ਆਪਣੀ ਨਵੀਂ ਪਾਲਿਸੀ ਬਣਾਊਗੀ, ਜੇ ਅਸੀਂ ਦੋਸ਼ੀ ਹਾਂ ਤਾਂ ਸਾਨੂੰ ਸਜ਼ਾ ਦੇਊਗੀ। ਜੇ ਸਾਡੇ ਅੱਜ ਦਾ ਜਿਹੜਾ ਇਕੱਠ ਹੈਗਾ ਉਹਦਾ ਮੇਨ ਮੁੱਦਾ ਟਾਈਮ ਟੇਬਲ ਦਾ। ਇਹ ਟਾਈਮ ਟੇਬਲ ਅੱਜ ਐਸਾ ਸਮਾਂ ਹੈਗਾ ਨਾ ਤਾਂ ਸਰਕਾਰ ਬਣੀ ਹੈਗੀ ਹੈ ਤੇ ਨਾ ਹੀ ਪਿਛਲੀ ਸਰਕਾਰ ਆ। ਇਹ ਵਿਚਲਾ ਸਮਾਂ ਜਿਹੜਾ ਹੈਗਾ ਅਫਸਰਸ਼ਾਹੀ ਦੇ ਇਹ ਸਪੁਰਦ ਆ ਗਿਆ ਹੈਗਾ। ਅਫਸਰਸ਼ਾਹੀ ਜਿਹੜੀ ਹੈ ਸਾਡਾ ਜਿਹੜਾ ਸਕੱਤਰ ਟਰਾਂਸਪੋਰਟ ਆ ਉਸ ਦੇ ਉੱਤੇ ਹਰ ਬੰਦਾ ਉਂਗਲ ਕਰ ਰਿਹਾ ਹੈਗਾ ਵੀ ਉਹਦੇ ਕਿਸੇ ਦੇ ਟਰਾਂਸਪੋਰਟ ਮਾਫੀਆ ਦੇ ਜਾਂ ਕਿਸੇ ਇਹੋ ਜਿਹੇ ਬਿਗ ਇਨਫਲੂਐਂਸ਼ੀਅਲ ਆਪਰੇਟਰ ਦੇ ਇਸ਼ਾਰੇ ਨਾਲ ਉਹ ਇਹ ਟਾਈਮ ਟੇਬਲ ਜਿਹੜਾ ਹੈਗਾ ਇਸ ਸ਼ਾਰਟ ਪੀਰੀਅਡ 'ਚ 2-3 ਦਿਨ 'ਚ ਡਿਸਟਰਬ ਕਰਕੇ ਸਾਰਿਆਂ ਨੂੰ ਤੇ ਉਹਦਾ ਪੱਖ ਪੂਰਨ ਦੀ ਕੋਸ਼ਿਸ਼ ਕਰ ਰਿਹਾ। ਸਾਡੀ ਮੰਗ ਹੈ ਕਿ ਜਿਹੜੇ ਅਫਸਰਸ਼ਾਹੀ ਜਿਹੜੀ ਆ ਕਈ ਸਾਲਾਂ ਤੋਂ ਟਰਾਂਸਪੋਰਟ ਡਿਪਾਰਟਮੈਂਟ 'ਚ ਜਿਹੜਾ ਭ੍ਰਸ਼ਟ ਕੰਮ ਕਰ ਰਹੀ ਆ, ਇਹ ਝਾੜੂ ਵਾਲੀ ਸਰਕਾਰ ਹੁਣ ਆਈ ਹੈ, ਸਭ ਤੋਂ ਪਹਿਲਾਂ ਤਾਂ ਝਾੜੂ ਇਹਨਾਂ ਦੇ ਉੱਪਰ ਫੇਰੇ। ਜਿਹੜੇ ਲਾਇਕ ਅਫਸਰ ਨੇ, ਪੜ੍ਹੇ ਲਿਖੇ ਨੇ, ਡਾਇਰੈਕਟ PCS ਭਰਤੀ ਹੋਏ ਨੇ, ਡਾਇਰੈਕਟ IAS ਹੋਏ ਨੇ, ਉਹਨਾਂ ਨੂੰ ਇਹਨਾਂ ਪੋਸਟਾਂ ਤੇ ਲਾਇਆ ਜਾਵੇ, ਨਾ ਕਿ ਜਿਹੜੇ ਨੌਸਿੱਖੇ ਆ ਕੇ ਤਹਿਸੀਲਦਾਰ ਤੋਂ ਜਾਂ PCS ਤੋਂ ਪ੍ਰਮੋਟ ਹੋ ਕੇ STC ਲੱਗ ਜਾਂਦੇ ਆ ਉਹਨਾਂ ਨੂੰ ਨਾ ਲਾਇਆ ਜਾਵੇ। ਅਸੀਂ ਆਉਣ ਵਾਲੀ ਸਰਕਾਰ ਤੋਂ ਇੱਕ ਤਾਂ ਪੁਰਜ਼ੋਰ ਬੇਨਤੀ ਕਰਦੇ ਹਾਂ। ਦੂਸਰਾ ਜਿਹੜਾ ਟਰਾਂਸਪੋਰਟਰਾਂ ਦਾ ਜਿਹੜਾ ਲੱਕ ਟੁੱਟਿਆ ਹੋਇਆ ਪਿੱਛੇ ਕੋਵਿਡ ਤੋਂ ਅੱਗੇ ਆ ਕੇ ਕੋਵਿਡ ਤੋਂ ਬਾਅਦ ਫਿਰ ਆਪਣਾ 50% ਪੈਸੇਂਜਰ ਦੀ ਕੈਪੈਸਿਟੀ ਹੋ ਗਈ, ਫ੍ਰੀ ਵੂਮਨ ਟਰੈਵਲਿੰਗ ਹੋ ਗਈ। ਇਹ ਸਰਕਾਰਾਂ ਨੇ ਵੋਟਾਂ ਲੈਣ ਦੇ ਕਰਕੇ ਫ੍ਰੀ ਵੂਮਨ ਫੈਸਿਲਿਟੀ ਸਰਕਾਰੀ ਬੱਸਾਂ 'ਚ ਕਰਤੀ, ਜਿਹਦੇ ਕਰਕੇ ਪ੍ਰਾਈਵੇਟ ਬੱਸਾਂ 'ਚ ਸਵਾਰੀਆਂ ਦੀ ਜਿਹੜੀ ਆਕੂਪੈਂਸੀ ਹੈ 0 ਹੋ ਗਈ। ਇਹ ਕੀਤਾ ਤਾਂ ਸੀਗਾ ਸਰਕਾਰ ਨੇ, ਕਾਂਗਰਸ ਸਰਕਾਰ ਨੇ ਵੀ ਸਾਡੀ ਸਰਕਾਰ 50% ਅਸੀਂ ਰਿਲੀਫ ਦੇ ਕੇ ਤੇ ਫਿਰ ਆ ਜਾਾਂਗੇ, ਪਰ ਲੋਕ ਸਿਆਣੇ ਨੇ, ਲੋਕਾਂ ਨੇ ਇਸ ਗੱਲ ਦਾ ਕੋਈ ਪ੍ਰਭਾਵ ਨਹੀਂ ਦੇਖਿਆ ਤੇ ਸਰਕਾਰ ਬਦਲੀ ਤੇ ਪਰ ਇਹ ਸਾਡੀ ਜਿਹੜੀ ਬੱਸ ਇੰਡਸਟਰੀ ਹੈ ਇਹ ਤਬਾਹ ਹੋ ਗਈ। ਇਹਦੇ ਨਾਲ ਸਾਡੀ ਇਹ ਮੰਗ ਹੈਗੀ ਆ ਵੀ ਇਹ 'ਤੇ ਪੁਨਰ ਵਿਚਾਰ ਕੀਤਾ ਜਾਵੇ, ਜਾਂ ਤਾਂ ਲੇਡੀਜ਼ ਸਾਨੂੰ ਵੀ ਉਸੇ ਪੈਟਰਨ 'ਤੇ ਫ੍ਰੀ ਕਰਕੇ ਤੇ ਸਾਨੂੰ ਜਿਵੇਂ ਸਰਕਾਰ ਨੂੰ ਪੈਸੇ ਮਿਲਦੇ ਨੇ ਸਾਨੂੰ ਵੀ ਦਿੱਤੇ ਜਾਣ। ਦੂਸਰਾ ਜਿਹੜਾ ਟਾਈਮ ਟੇਬਲ ਦਾ ਜਿਹੜਾ ਪ੍ਰੋਸੀਜਰ ਆ ਇਹ ਕਈ ਸਾਲਾਂ ਤੋਂ ਟਾਈਮ ਟੇਬਲ ਦੀ ਜਦੋਂ ਤਰੀਕ ਨਿਕਲਦੀ ਆ ਅਸੀਂ ਸਾਰੇ ਉਸ RTA ਦਫ਼ਤਰ 'ਚ ਕੰਸਰਨ 'ਚ ਆਉਂਦੇ ਆ, ਉੱਥੇ TTI ਸਾਹਿਬ ਸਾਰੇ ਰੂਟ ਲਾਈਨ ਦੇ ਆਪਰੇਟਰ ਆਉਂਦੇ ਨੇ। RTA ਦਫ਼ਤਰ 'ਚ ਬੈਠ ਕੇ ਸਹਿਮਤੀ ਨਾਲ ਜੁਆਇੰਟ ਟਾਈਮ ਟੇਬਲ ਸਹਿਮਤੀ ਨਾਲ ਅਸੀਂ ਸਾਰਿਆਂ ਦੀ ਸਾਈਨ ਹੁੰਦੀ ਆ, ਉਹਦੀ ਸਾਈਨ ਹੋਣ ਤੋਂ ਬਾਅਦ ਅਸੀਂ RTA ਤੋਂ ਅਪਰੂਵ ਕਰਾ ਕੇ ਟਾਈਮ ਚਲਾਉਂਦੇ ਆ। ਪਰ ਇਹ ਪਿੱਛੇ 6 ਮਹੀਨੇ ਤੋਂ ਜਦ ਤੋਂ ਇਹ ਬੜਿੰਗ ਜੀ ਆਏ ਨੇ, ਬੜਿੰਗ ਦੀ ਸਰਕਾਰ ਆਈ ਆ, RTA ਦਫ਼ਤਰ 'ਚ ਟਾਈਮ ਹੀ ਨਹੀਂ ਬਣ ਰਿਹਾਗਾ। RTA ਦਫ਼ਤਰ 'ਚ ਆਪਰੇਟਰ ਆਉਂਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਟਾਈਮ ਟੇਬਲ ਬਣ ਕਿੱਥੇ ਰਿਹਾ। MD ਆਫਿਸ 'ਚ ਜਾ ਕੇ ਚੋਰੀ ਟਾਈਮ ਬਣਦਾਗਾ। PRTC ਦੇ ਜਿਹੜੇ ਕਾਮੇ ਨੇ, RTA ਦਫ਼ਤਰ ਦੇ ਕਾਮੇ ਨੇ, ਉੱਥੇ ਜਾ ਕੇ ਟਾਈਮ ਰਾਤ ਨੂੰ 11-12 ਵਜੇ ਤੱਕ ਬਣਾ ਕੇ ਸਵੇਰ ਨੂੰ ਕਾਪੀ ਰਿਲੀਜ਼ ਕਰਾ ਲੈਂਦੇ ਨੇ ਤੇ ਉਹਦੇ ਨਾਲ ਸਾਨੂੰ ਬਹੁਤ ਹੀ ਵਿੱਤੀ ਨੁਕਸਾਨ ਹੁੰਦਾ। ਇਹ ਜਿਹੜਾ ਪ੍ਰੋਸੀਜਰ ਆ ਕਈ 6 ਮਹੀਨੇ ਤੋਂ ਜਦ ਤੋਂ ਇਹ ਬੜਿੰਗ ਜੀ ਆਏ ਨੇ, ਬੜਿੰਗ ਦੀ ਸਰਕਾਰ ਆਈ ਆ, RTA ਦਫ਼ਤਰ 'ਚ ਟਾਈਮ ਹੀ ਨਹੀਂ ਬਣ ਰਿਹਾਗਾ। RTA ਦਫ਼ਤਰ 'ਚ ਆਪਰੇਟਰ ਆਉਂਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਟਾਈਮ ਟੇਬਲ ਬਣ ਕਿੱਥੇ ਰਿਹਾ। MD ਆਫਿਸ 'ਚ ਜਾ ਕੇ ਚੋਰੀ ਟਾਈਮ ਬਣਦਾਗਾ। PRTC ਦੇ ਜਿਹੜੇ ਕਾਮੇ ਨੇ, RTA ਦਫ਼ਤਰ ਦੇ ਕਾਮੇ ਨੇ, ਉੱਥੇ ਜਾ ਕੇ ਟਾਈਮ ਰਾਤ ਨੂੰ 11-12 ਵਜੇ ਤੱਕ ਬਣਾ ਕੇ ਸਵੇਰ ਨੂੰ ਕਾਪੀ ਰਿਲੀਜ਼ ਕਰਾ ਲੈਂਦੇ ਨੇ ਤੇ ਉਹਦੇ ਨਾਲ ਸਾਨੂੰ ਬਹੁਤ ਹੀ ਵਿੱਤੀ ਨੁਕਸਾਨ ਹੁੰਦਾ। ਇਹ ਜਿਹੜਾ ਪ੍ਰੋਸੀਜਰ ਆ
ਕਈ ਸਾਲਾਂ ਤੋਂ ਚੱਲਿਆ ਹੈ, ਇਹਨਾਂ ਨੇ ਤੋੜਤਾ, ਇਹ ਫੇਰ ਬਹਾਲ ਕੀਤਾ ਜਾਵੇ। ਇਹ ਅਸੀਂ ਆਮ ਆਦਮੀ ਪਾਰਟੀ ਨੂੰ ਬੇਨਤੀ ਕਰਦੇ ਹਾਂ। ਦੂਸਰਾ, ਇਹ ਤੁਰੰਤ ਇਹ ਹੁਣ ਜਿਹੜੇ ਟਾਈਮ 2-3 ਦਿਨ ਤੋਂ ਬਣ ਰਹੇ ਨੇ, ਉਹ ਆਰਟੀਏ ਸਾਹਿਬ ਸਾਨੂੰ ਸਾਰੇ ਆਪਰੇਟਰਾਂ ਨੂੰ ਗੁੰਮਰਾਹ ਕਰ ਰਹੇ ਨੇ ਵੀ ਅਸੀਂ ਟਾਈਮ ਬਣਾ ਕੇ ਕੋਰਟ 'ਚ ਦੇਣਾਗਾ, ਜਦ ਕਿ ਕੋਰਟ 'ਚੋਂ ਕੇਸ ਜਿਹੜਾ ਸੀਗਾ ਟਾਈਮ ਟੇਬਲ ਦੇ ਕੋਈ ਮਤਲਬ ਕੋਈ ਕੇਸ ਪੈਂਡਿੰਗ ਨਹੀਂ ਆ, ਫਾਈਲ ਹੋ ਗਿਆ ਗਾ। ਉੱਥੇ ਕੋਈ ਕੇਸ ਨਹੀਂ, ਕੋਈ ਉੱਥੇ ਪੈਂਡਿੰਗ ਨਹੀਂ ਆ, ਕੋਈ ਕੋਰਟ 'ਚ ਜਾ ਕੇ ਇਹਨਾਂ ਨੇ ਟਾਈਮ ਟੇਬਲ ਨਹੀਂ ਪੇਸ਼ ਕਰਨਾ, ਤੇ ਇਹ ਝੂਠ ਬੋਲ ਕੇ ਗੁੰਮਰਾਹ ਕਰਕੇ ਲੋਕਾਂ ਨੂੰ ਤੇ ਖਰਾਬ ਕਰ ਰਹੇ ਨੇ। ਇਹਨਾਂ ਤੇ ਕਮਾਨ ਕਸੀ ਜਾਵੇ ਤੇ ਤੁਰੰਤ ਇਹਨਾਂ ਦੇ ਅਫਸਰਾਂ ਦੇ ਭ੍ਰਸ਼ਟ ਅਫਸਰਾਂ ਤੇ ਨਕੇਲ ਪਾ ਕੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਨਹੀਂ ਫਿਰ ਅਸੀਂ ਇਹਨਾਂ ਦਾ ਜਲੂਸ ਕੱਢਾਂਗੇ, रोड भी जाम करांगे, अड्डे बंद करांगे। प्रॉपर्टी बेचने और खरीदने के लिए संपर्क करें फेयर डील प्रॉपर्टीज।